ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਤ ਪੁਸਤਕ ਸੱਚਖੰਡ ਦਰਸ਼ਨ ਦਾ 9ਵਾਂ ਅਧਿਆਇ ਬੈਕੁੰਠ ਤੇ ਬੈਕੁੰਠ ਵਾਸ ਦਾ ਨਿਰਣਾ। ਉੱਥੇ ਕਈ ਬੈਕੁੰਠ ਨਾਹੀ ਲਵੈ ਲਾਗੇ, ਮੁਕਤ ਬਪੜੀ ਵੀ ਗਿਆਨੀ ਤਿਆਗੇ। ਬਸ ਏਕੰਕਾਰ ਸਤਿਗੁਰ ਤੇ ਪਾਈਐ, ਹਉ ਬਲ ਬਲ ਗੁਰ ਦਰਸਾਇਣਾ। ਕੇਵਲ ਸਤਿਗੁਰ ਦੇ ਪ੍ਰਸਾਦ ਕਰ ਹੀ ਏਕੰਕਾਰ ਨੂੰ ਪਾਇਆ ਜਾ ਸਕਦਾ ਹੈ ਅਤੇ ਏਕੰਕਾਰ ਨਿਰੰਕਾਰ ਦਾ ਦੇਸ਼ ਸੱਚਖੰਡ ਵੀ ਤਿਨਾਂ ਨੇ ਹੀ ਸਤਿਗੁਰ ਪ੍ਰਸਾਦ ਕਰ ਪਾਇਆ ਹੈ ਜਿਨ੍ਹਾਂ ਨੇ ਏਕੰਕਾਰ ਨੂੰ ਪਾਇਆ ਹੈ। ਸੱਚਖੰਡ ਵਸੈ ਨਿਰੰਕਾਰ ਦੇ ਦਰਸ਼ਨ ਕਰਨ ਹਾਰਿਆਂ ਨੂੰ ਬੈਕੁੰਠ ਬਹਿਸ਼ਤਾਂ ਕੀ ਚੀਜ਼ ਹਨ? ਇਹ ਨੀਵੀਆਂ ਹੀ ਰਹਿ ਜਾਂਦੀਆਂ ਹਨ। ਇਹ ਬਹਿਸ਼ਤਾਂ ਬੈਕੁੰਠਾਂ ਅਤੇ ਮੁਕਤੀਆਂ ਤਿੱਥੇ ਲਵੇ ਨਹੀਂ ਲੱਗ ਸਕਦੀਆਂ। ਤਿਨਾਂ ਨੂੰ ਗੁਰਮੁਖ ਗਿਆਨਵੰਤੇ ਹੰਸਲੇ ਨਾਮ ਰੰਗੀ ਜਨ ਸਿਆਣਦੇ ਵੀ ਨਹੀਂ। ਅਵਰ ਸਾਧ ਚਖ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮਿੱਠਾ ਜੀਓ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਬੈਕੁੰਠ ਬਹਿਸ਼ਤਾਂ ਦੇ ਸੁਖ ਰਸ ਮਾਨਣ ਹਾਰਿਆਂ ਨੂੰ ਉਹ ਸੁਖ ਰਸ ਤਿਲ ਸਮਾਨ ਵੀ ਪ੍ਰਾਪਤ ਨਹੀਂ ਹੁੰਦਾ ਜੋ ਹਰ ਰਸ ਆਘਾਨੇ ਨਾਮ ਮਹਾਰਸ ਦੇ ਰੰਗੀ ਜਨਾਂ ਨੂੰ ਪ੍ਰਾਪਤ ਹੈ। ਇਹ ਨਾਮ ਦਾ ਅੰਮ੍ਰਿਤ ਰਸ ਗੁਰੂ ਘਰ ਦੀ ਸਾਧ ਸੰਗਤ ਵਿਖੇ ਟੁੱਲ ਟੁੱਲ ਪਾਉਂਦਾ ਹੈ। ਗੁਰ ਸਾਧ ਸੰਗਤ ਤੋਂ ਛੁੱਟ ਇਹ ਅੰਮ੍ਰਿਤ ਰਸ ਹੋਰ ਕਿਤੇ ਹੈ ਹੀ ਨਹੀਂ। ਤਾਂ ਤੇ ਗੁਰ ਸਾਧ ਸੰਗਤ ਦੇ ਹੰਸਲੇ ਜਨ ਨਾਮ ਆਹਾਰੀਆਂ ਦੇ ਸਾਹਮਣੇ ਬੈਕੁੰਠਾ ਬਹਿਸ਼ਤਾਂ ਦੇ ਸੁਖ ਰਸ ਹੇਚ ਹਨ। ਤਿਨਾਂ ਨੂੰ ਸੁਰਗਾਂ ਬਹਿਸ਼ਤਾਂ ਦੀ ਬਾਂਛਾ ਉਪਜਦੀ ਹੀ ਨਹੀਂ। ਤਿਨਾਂ ਨੂੰ ਬੈਕੁੰਠਾਂ ਦੀ ਆਕਾਂਖਿਆ ਔੜਦੀ ਹੀ ਨਹੀਂ, ਨਾ ਸੁਖਾਂਦੀ ਹੈ। ਨਾਮ ਮਹਾਰਸ ਭਰਪੁਰ ਲੀਣੇ ਜਨਾਂ ਕੋਲ ਲੋਕੀ ਬੈਕੁੰਠ ਦੀਆਂ ਬੁਝਾਰਤਾਂ ਪਾਉਂਦੇ ਹਨ ਤਾਂ ਉਹ ਰਸ ਪ੍ਰੇਮ ਭਰੀ ਮਸਤੀ ਵਿੱਚ ਪੁਕਾਰ ਕਰਦੇ ਹਨ, ਨਾ ਜਾਨਾ ਬੈਕੁੰਠ ਕਹਾਂ ਹੀ। ਯਾਨੀ ਤੁਹਾਡੇ ਬੈਕੁੰਠ ਜਾਣਨ ਦੇ ਲੋੜ ਨਹੀਂ, ਤੁਹਾਡੇ ਬੈਕੁੰਠ ਜਾਣਨ ਦੀ ਲੋੜ ਨਹੀਂ। ਕਿਤੇ ਹੋਊ ਜਾਨ ਜਾਨ ਸਭ ਕਹਾਂ ਹੈ ਤਹਾਂ ਹੀ। ਸਭ ਕਹਿੰਦੇ ਹਨ ਕਿ ਉੱਥੇ ਅਰਥਾਤ ਬੈਕੁੰਠ ਵਿੱਚ ਜਾਣਾ ਹੈ, ਪਰ ਉਹਨਾਂ ਨੇ ਆਪ ਪਰਮਾਤਮਾ ਨੂੰ ਜਾਣਿਆ ਨਹੀਂ ਤੇ ਗੱਲਾਂ ਨਾਲ ਹੀ ਬੈਕੁੰਠ ਸਮਾਇਆ ਲੋੜਦੇ ਹਨ। ਪਰ ਨਾਮ ਰਸਕ ਅਨੁਰਾਗੀ ਜਨ ਲੋਕਾਂ ਦੀਆਂ ਇਹਨਾਂ ਕਹਿਣ ਕਹਾਵਣ ਵਾਲੀਆਂ ਗੱਲਾਂ 'ਤੇ ਨਹੀਂ ਪਤੀ ਆਉਂਦੇ। ਇਹ ਸਭ ਹਉਮੈ ਦੀਆਂ ਰਚਨਾ ਹਨ। ਹਉਮੈ ਦਾ ਵਿਨਾਸ਼ ਤਾਂ ਹੋਵੇ ਜੇ ਨਾਮ ਰਸ ਦਾ ਵਿਗਾਸ ਹੋਵੇ। ਤਉ ਮਨ ਮਾਨੈ ਕਿ ਅਸਲ ਬੈਕੁੰਠ ਵਾਸਤਵ ਵਿੱਚ ਕਿਹੜੀ ਹੈ। ਜਦ ਤਾਈਂ ਇਹਨਾਂ ਮਹਾਰਸ ਦੇ ਮੁਕਾਬਲੇ ਵਿੱਚ ਅਲਪ ਸੁੱਖਾਂ ਵਾਲੀਆਂ ਬਹਿਸ਼ਤਾਂ ਦੀ ਮਨ ਵਿੱਚ ਆਸਾ ਤ੍ਰਿਸ਼ਨਾ ਖੁਟਕ ਰਹੀ ਹੁੰਦੀ ਹੈ, ਉਦੋਂ ਤਾਈਂ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਹੁੰਦਾ। ਪਰ ਇਹ ਗੱਲ ਵੀ ਅਸੀਂ ਕਿਸੇ ਨੂੰ ਕਹਿ ਕੇ ਸੁਣਾਈਏ ਕੋਈ ਰਾਜ ਸ਼ਨਾਸ਼ ਹੀ ਨਹੀਂ। ਬਸ ਜਿਸ ਨੇ ਦੇਖਣਾ ਹੈ ਸੋ ਗੁਰ ਸਾਧ ਸੰਗਤ ਵਿੱਚ ਆ ਕੇ ਦੇਖ ਲਵੇ। ਉਸ ਨੂੰ ਤਿੱਥੈ ਨਾਮ ਮਹਾਰਸ ਗੁਰ ਦੀਖਿਆ ਦਾ ਅੰਮ੍ਰਿਤ ਛਾਂਦਾ ਮਿਲੇਗਾ। ਤਾਂ ਉਸ ਦਾ ਮਨ ਪਤੀ ਆਏਗਾ ਕਿ ਸੱਚੀ ਬੈਕੁੰਠ ਸੱਚਮੁੱਚ ਸਾਧ ਸੰਗਤ ਵਿਖੇ ਹੀ ਆ ਕੇ ਪ੍ਰਾਪਤ ਹੁੰਦੀ ਹੈ। ਘਰ ਬੈਠਿਆਂ ਇਸ ਲੋਕ ਵਿਖੇ ਗੁਰ ਪ੍ਰਸਾਦੀ ਸਾਧ ਸੰਗਤ ਕਰ ਸੱਚੀ ਬੈਕੁੰਠ ਦਾ ਰਸ ਮਾਣ ਲਈਦਾ ਹੈ। ਦੂਰ ਮੰਜ਼ਲੀ ਸੱਤ ਅਸਮਾਨਾਂ ਵਿੱਚ ਦਸੀਆਂ ਬੈਕੁੰਠ ਬਹਿਸ਼ਤਾਂ ਦੇ ਭਾਲਣ ਲਈ ਧਾਵਨ ਦੀ ਲੋੜ ਹੀ ਬਾਕੀ ਨਹੀਂ ਰਹਿੰਦੀ। ਯਥਾ ਜੋ ਜਨ ਪਰਮਿਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ। ਨਾ ਜਾਨਾ ਬੈਕੁੰਠ ਕਹਾਂ ਹੀ, ਜਾਨ ਜਾਨ ਸਭ ਕਹਾਂ ਹੈ ਤਹਾਂ ਹੀ। ਰਹਾਓ ਕਹਿਨ ਕਹਾਵਨ ਨਹਿ ਪਤੀ ਆਈ ਹੈ, ਤਉ ਮਨ ਮਾਨੈ ਜਾਂ ਤੇ ਹਉਮੈ ਜਈ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੈ ਆਹੇ। ਗੌੜੀ ਕਬੀਰ ਜੀ। ਜਿੱਥੇ ਜਿਸ ਅਸਥਾਨ ਵਿਖੇ ਜਿਸ ਨਗਰ ਵਿਖੇ ਗੁਰਮੁਖ ਨਾਮ ਜਪਣ ਹਾਰੇ ਸੰਤ ਜਨਾਂ ਦਾ ਸਤਸੰਗੀ ਮੰਡਲੀ ਵਾਸਾ ਹੈ, ਸੋ ਨਗਰ ਬੈਕੁੰਠ ਨਗਰ ਹੈ। ਸੋ ਅਸਥਾਨ ਬੈਕੁੰਠ ਅਸਥਾਨ ਹੈ। ਸਤ ਸੰਗਤ
ਸਤ ਸੰਗ ਮੰਡਲ ਮਹਿ ਬੈਸ ਕੇ, ਨਾਮ ਮਹਾਰਸ ਦੇ ਗਟਾਕ, ਦੂਣੇ ਚੌਣੇ ਭੁੰਚੀ ਦੇ ਹਨ। ਨਾਮ ਰਿੱਧ ਜੋਤ ਵਿਗਾਸ ਦਾ, ਲਿਵ ਚਰਨ ਨਿਵਾਸੀ ਬਿਸਮਾਦ ਆਨੰਦ। ਨਾਮ ਅਭਿਆਸੀਆਂ ਨੂੰ ਸਤਸੰਗ ਮੰਡਲ ਵਿਖੇ ਕੀਰਤਨ ਕਰਦਿਆਂ ਸੁਣਦਿਆਂ ਅਧਿਕ ਤੋਂ ਅਧਿਕ ਆਉਂਦਾ ਹੈ। ਜਿਸ ਨੇ ਇਹ ਆਨੰਦ ਰਸ ਮਾਣਨਾ ਹੈ ਤਾਂ ਮਾਣ ਕੇ ਦੇਖ ਲਵੇ। ਸੱਚੀ ਬੈਕੁੰਠ ਦੇ ਮਨ ਤਨ ਕਰਕੇ ਮਾਨਣ ਦਾ ਮਹਾ ਸੁਖ ਆਨੰਦ ਕਰਕੇ ਜਿਸ ਨੇ ਦੇਖਣਾ ਹੋਵੇ ਤਾਂ ਨਿਸੰਗ ਅਜ਼ਮਾ ਕੇ ਵੇਖ ਲਵੇ। ਅਨਕ ਭੋਜਨਾ ਬਿੰਜਨਾਂ ਦੇ ਸਵਰਗੀ ਬਹਿਸ਼ਤੀ ਬੈਕੁੰਠੀ ਭੋਗ ਵੀ ਅੰਮ੍ਰਿਤ ਰਸ ਨਾਮ ਬਿੰਜਨ ਦੇ ਮੁਕਾਬਲੇ ਹੇਚ ਤੁੱਛ ਹਨ। ਅੰਮ੍ਰਿਤ ਨਾਮ ਮਹਾਰਸ ਦੇ ਅੰਤਰ ਆਤਮੇ ਭੁੰਚਿਆਂ ਅਲੌਕਿਕੀ ਬਿੰਜਨਾਂ ਭੋਜਨਾਂ ਦੇ ਅਚਰਜ ਬਿਸਮਾਦ ਅਹਿਲਾਦੀ ਸਵਾਦ ਆਉਂਦੇ ਹਨ ਜੋ ਵਰਨੇ ਨਹੀਂ ਜਾ ਸਕਦੇ। ਇਹਨਾਂ ਅਚਰਜ ਅਮੀ ਰਸ ਸਵਾਦਾਂ ਨੂੰ ਚੱਖ ਕੇ ਮਾਇਕ ਪਦਾਰਥਾਂ ਭੋਜਨਾਂ ਬਿੰਜਨਾਂ ਦੀ ਸਭ ਲੋਭ ਲਾਲਸਾ ਮਿਟ ਜਾਂਦੀ ਹੈ ਅਤੇ ਸਾਰੀ ਤ੍ਰਿਸ਼ਨਾ ਭੋਗ ਰਸ ਭੁੰਚ ਹੰਢਾਉਣੀ ਤ੍ਰਿਸ਼ਨਾ ਬੁੱਝ ਜਾਂਦੀ ਹੈ। ਪਾਰ ਬ੍ਰਹਮ ਦੀ ਸ਼ਰਨ ਚਰਨੀ ਮੌਜ ਵਿੱਚ ਸੁਰਤੀ ਬਿਰਤੀ ਗਲਤਾਨ ਰਹਿੰਦੀ ਹੈ। ਜਨਮਾਂ ਜਨਮਾਂ ਦੇ ਭੈ ਮੋਹ ਨਿਵਾਰਨ ਹੋ ਜਾਂਦੇ ਹਨ। ਐਸੀ ਕਿਰਪਾ ਆਣ ਹੁੰਦੀ ਹੈ ਪਰਮਾਤਮਾ ਦੀ। ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਨਾਮ ਰਸੀ ਅੜੇ ਸੇਵਕ ਸਿੱਖ ਜਨ ਦਾਸਾਂ ਉੱਤੇ। ਯਥਾ ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹੇ ਨਿਵਾਸਾ। ਸੁਣ ਮਨ ਤਨ ਤੁਝ ਸੁਖ ਦਿਖਲਾਵੋਂ, ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵੋਂ। ਰਹਾਉ ਅੰਮ੍ਰਿਤ ਨਾਮ ਭੁੰਚ ਮਨ ਮਾਹੀ, ਅਚਰਜ ਸਾਧ ਤਾਂ ਕਿ ਬਰਨੇ ਨਾ ਜਾਹੀ। ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ, ਪਾਰ ਬ੍ਰਹਮ ਕੀ ਸ਼ਰਨ ਜਨ ਤਾਕੀ। ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸੂਹੀ ਮਹੱਲਾ ਪੰਜਵਾਂ। ਸੱਚਾ ਬੈਕੁੰਠ ਮਾਨਣਾ ਹੈ ਤਾਂ ਗੋਬਿੰਦ ਚਰਨ ਨਿਤ ਧਿਆਓ। ਗੋਬਿੰਦ ਚਰਨ ਧਿਆਵਣ ਦਾ ਨਿਰਣਾ ਚਰਨ ਕਮਲ ਕੀ ਮੌਜ ਨਾਮੇ ਪੁਸਤਕ ਵਿੱਚ ਪੜ੍ਹ ਕੇ ਦੇਖ ਲਵੋ। ਜੇ ਸੱਚੀ ਮੁਕਤੀਮਈ ਪਦਾਰਥ ਨੂੰ ਪ੍ਰਾਪਤ ਕਰਨਾ ਹੈ ਤਾਂ ਗੁਰਸਾਧ ਸੰਗਤ ਗੁਰੂ ਦੁਆਰੇ ਆਏ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਹਰ ਕਾ ਨਾਉ ਗੁਰਮਤਿ ਨਾਮ ਪ੍ਰਾਪਤ ਕਰਕੇ ਦੇਖੋ ਅਤੇ ਅਤੁੱਟ ਨਾਮ ਅਭਿਆਸ ਕਮਾਈਆਂ ਕਰਕੇ ਸੱਚੇ ਮੁਕਤ ਪਦਾਰਥ ਦੇ ਰਸ ਭੁੰਚੋ। ਹੇ ਵਾਹਿਗੁਰੂ ਭਗਵਾਨ, ਐਸੀ ਕਿਰਪਾ ਕਰੋ ਕਿ ਅਸੀਂ ਗੁਰਦੁਆਰੇ ਢਹਿ ਕੇ ਸਤ ਸੰਗਤ ਕਰਦੇ ਹੋਏ ਆਪਣੇ ਕੰਨਾਂ ਦੁਆਰਾ ਅੰਮ੍ਰਿਤ ਬਾਣੀ ਦੇ ਪਾਠ ਕੀਰਤਨਮਈ ਤੇਰੀ ਅੰਮ੍ਰਿਤ ਕਥਾ ਨੂੰ ਸੁਣਦੇ ਰਹੀਏ। ਜਿਸ ਕਿਰਪਾ ਦੇ ਹੋਣ ਕਰ ਇਸ ਲੋਕ ਵਿਖੇ ਆਇਆਂ ਦੇ ਅਤੇ ਪਰਲੋਕ ਵਿੱਚ ਗਇਆਂ ਦੇ ਦੋਈ ਪੱਖ ਪੂਰਨ ਹੋ ਜਾਵਣ, ਅਰਥਾਤ ਹਲਤ ਪਲਤ ਸੁਹੇਲੇ ਹੋ ਜਾਵਣ ਅਤੇ ਸੱਚੇ ਸੁਖ ਵਿਸਰਾਮ ਵਿੱਚ ਵਾਸਾ ਹੋ ਜਾਵੇ। ਸੋਧ ਸੋਧ ਕੇ ਇਹੀ ਤੱਤਾਂ ਸਿਰ ਤੱਤ ਨਿਕਲਿਆ ਹੈ ਕਿ ਗੁਰਮਤਿ ਭਗਤੀ ਹੀ ਸਭ ਮੁਕਤੀਆਂ ਤੋਂ ਸ੍ਰੇਸ਼ਟ ਮੁਕਤੀ ਹੈ ਅਤੇ ਗੁਰਮਤਿ ਭਗਤੀ ਹੀ ਸਾਰੀਆਂ ਬੈਕੁੰਠਾਂ ਤੋਂ ਸਿਰਮੌਰ ਅਤੇ ਸੰਪੂਰਨ ਬੈਕੁੰਠ ਹੈ। ਪਰ ਇਹ ਬਿਧ ਤਿਸ ਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਜਨਮ ਲੈਣ ਕਰ ਗੁਰਮਤਿ ਨਾਮ ਗੁਰ ਦੀਖਿਆ ਦੀ ਪ੍ਰਾਪਤੀ ਅਤੇ ਅਭਿਆਸ ਕਮਾਈਆਂ ਦੀ ਜੁਗਤੀ ਨਸੀਬ ਹੁੰਦੀ ਹੈ। ਨਹੀਂ ਤਾਂ ਗੁਰਮਤਿ ਨਾਮ ਵਿਹੂਣ ਹੋਰ ਸਾਰੀਆਂ ਬਿਧਾਂ ਜੁਗਤੀਆਂ ਊਰੀਆਂ ਹਨ। ਯਥਾ ਗੁਰਵਾਕ ਬੈਕੁੰਠ ਗੋਬਿੰਦ ਚਰਨ ਨਿਤ ਧਿਆਓ, ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ। ਰਹਾਉ ਉੱਤਮ ਕਥਾ ਸੁਣੀਜੈ ਸਰਵਨੀ, ਮਇਆ ਕਰਹੁ ਭਗਵਾਨ। ਆਵਤ ਜਾਤ ਦੋ ਪਖ ਪੂਰਨ, ਪਾਈਐ ਸੁਖ ਬਿਸਰਾਮ। ਸੋਧਤ ਸੋਧਤ ਤਤ ਵਿਚਾਰਿਓ, ਭਗਤ ਸ੍ਰੇਸ਼ਟ ਪੂਰੀ। ਕਹੋ ਨਾਨਕ ਇਕ ਰਾਮ ਨਾਮ ਬਿਨ, ਅਵਰ ਸਗਲ ਬਿਧ ਊਰੀ। ਸਾਰੰਗ ਮਹੱਲਾ ਪੰਜਵਾਂ। ਇਸ ਦਾ ਇਹ ਭਾਵ ਨਹੀਂ ਕਿ ਕੀਰਤਨ ਕੀਤਿਆਂ ਅਤੇ ਨਾਮ ਉਚਰਿਆਂ ਹਿੰਦੂਆਂ ਦੇ ਭਾਵ ਲਕਸ਼ ਵਾਲੀ ਬੈਕੁੰਠ ਮਿਲ ਜਾਂਦੀ ਹੈ, ਬਲਕਿ ਇਹਨਾਂ ਵਾਕਾਂ ਦਾ ਇਹ ਭਾਵ ਹੈ ਕਿ ਕੀਰਤਨ ਅਤੇ ਨਾਮ ਉਚਰਨੇ ਸਤ ਸੰਗ ਮੰਡਲ ਦਾ ਨਿਵਾਸ ਹੀ ਬੈਕੁੰਠ ਵਾਸਾ ਹੈ।
ਹੋਰ ਬੈਕੁੰਠ ਬਾਂਛਾਂ ਗੁਰਸਿੱਖਾਂ ਨੂੰ ਬਿਵਰਜਿਤ ਹਨ। ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਸਾਧ ਨੇ ਜਿੱਥੇ ਜਿੱਥੇ ਪੈਰ ਧਰਿਆ ਹੈ ਉਹ 68 ਤੀਰਥ ਬਣ ਗਿਆ। ਸੱਚਾ 68 ਤੀਰਥ ਉਹੀ ਹੈ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਹਨ, ਨਹੀਂ ਤਾਂ ਹੋਰ ਤੀਰਥਾਂ ਦੀ ਮਹੱਤਤਾ ਹੀ ਉਰੀ ਹੈ। ਹਾਂ, ਜਿੱਥੇ ਜਿੱਥੇ ਗੁਰੂ ਸਾਹਿਬਾਨ ਨੇ ਆਨ ਤੀਰਥਾਂ 'ਤੇ ਵੀ ਚਰਨ ਪਾਏ ਹਨ ਉਹ ਤੀਰਥ ਵੀ ਪਵਿੱਤਰ ਪਾਵਨ ਹੋ ਗਏ ਹਨ। ਹਾਂਜੀ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। 68 ਤੀਰਥ ਜਹ ਸਾਧ ਪਗ ਧਰਹਿ ਤਹ ਬੈਕੁੰਠ ਜਹ ਨਾਮ ਉਚਰਹਿ। ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ। ਆਪੇ ਘਟ ਘਟ ਰਹਿਆ ਵਿਆਪ ਦਇਆਲ ਪੁਰਖ ਪ੍ਰਗਟ ਪ੍ਰਤਾਪ। ਕਪਟ ਖੁਲਾਨੇ ਭਰਮ ਨਾਠੇ ਦੂਰੇ ਨਾਨਕ ਕਉ ਗੁਰ ਭੇਟੇ ਪੂਰੇ। ਰਾਮਕਲੀ ਮਹੱਲਾ ਪੰਜਵਾਂ। ਜਿੱਥੇ ਜਿੱਥੇ ਸੱਚੇ ਸਾਧੂ ਜਨ ਸਤਿਗੁਰੂ ਦੇ ਚਰਨ ਵਿਸ਼ੇਸ਼ ਪ੍ਰਭਾਵਸ਼ਾਲੀ ਵਿਸ਼ਾਲਤਾ ਵਿੱਚ ਪਸਰਜਤ ਹੋਏ ਹਨ, ਤਿੱਥੇ ਦੀ ਮਹਿਮਾ ਤਾਂ ਅਤ ਅਪਰ ਅਪਾਰ ਹੈ। ਤੈਸੇ ਪਰਮ ਪਾਵਨ ਗੁਰ ਅਸਥਾਨ ਪਰਥਾਏ ਹੀ ਡਿੱਠੇ ਸਭੇ ਥਾਮ ਨਹੀਂ ਤੁਧ ਜੇਹਿਆ ਵਾਲਾ ਗੁਰਵਾਕ ਉਚਾਰਨ ਹੋਇਆ ਹੈ। ਤਿੱਥੇ ਦਿਆਲ ਪੁਰਖ ਦਾ ਪ੍ਰਗਟ ਪ੍ਰਤਾਪ ਵਰਤਿਆ ਹੈ। ਤਿਨਾਂ ਗੁਰ ਅਸਥਾਨਾਂ ਅਮਿਓ ਸਰੋਵਰਾਂ ਵਿਖੇ ਮੱਜਨ ਕਰਕੇ ਅਮਿਓ ਮਜਨੀਆਂ ਦੇ ਕਪਾਟ ਖੁੱਲ੍ਹ ਗਏ ਹਨ। ਸਤਿਗੁਰ ਪੂਰੇ ਦੇ ਭੇਟਣ ਦੀ ਇਹ ਸੱਚੀ ਵਡਿਆਈ ਹੈ। ਗੁਰਬਾਣੀ ਅੰਦਰ ਨਾਨਾ ਪ੍ਰਕਾਰੀ ਸਿਧਾਂਤਾਂ ਦੇ ਨਿਰਣੈ ਲਈ ਹੋਰ ਸਾਰੀਆਂ ਸਦਰਸਤਾਵਾਂ ਤਸ਼ਬੀਹਾਂ ਤਾਂ ਦਿੱਤੀਆਂ ਗਈਆਂ ਹਨ, ਪਰ ਸੱਚਖੰਡ ਨੂੰ ਕੋਈ ਸਦਰਸਤਾ ਕਿੱਥੇ ਵੀ ਗੁਰਬਾਣੀ ਅੰਦਰ ਨਹੀਂ ਦਿੱਤੀ ਗਈ, ਕਿਤੇ ਵੀ ਗੁਰਬਾਣੀ ਅੰਦਰ ਨਹੀਂ ਦਿੱਤੀ ਗਈ। ਸੱਚਖੰਡ ਸੱਚਖੰਡ ਹੀ ਹੈ, ਉਸ ਨੂੰ ਹੋਰ ਸਦਰਸਤਾ ਤਸ਼ਬੀਹ ਸੁਣਦੀ ਹੀ ਨਹੀਂ। ਜੈਸੀ ਕਿ ਮੇਰੇ ਸੱਚਖੰਡ ਧਾਮੀ ਸੱਚਖੰਡ ਸ੍ਰੀ ਵਾਹਿਗੁਰੂ ਨਿਰੰਕਾਰ ਨੂੰ ਹੋਰ ਸਦਰਸਤਾ ਨਹੀਂ ਸੁਣਦੀ, ਨਾ ਹੀ ਮੇਰੇ ਨਿਰੰਕਾਰ ਜੇਵੜ ਹੋਰ ਕੋਈ ਹੈ ਅਤੇ ਨਾ ਹੀ ਨਿਰੰਕਾਰੀ ਸੱਚਖੰਡ ਤੁਲ ਹੋਰ ਕੋਈ ਅਸਥਾਨ ਹੀ ਹੈ। ਜਿਨ੍ਹਾਂ ਅਤੁੱਟ ਕਮਾਈਆਂ ਵਾਲੇ ਨਾਮ ਅਭਿਆਸੀਆਂ ਨੂੰ ਕਰਣਾ ਕਰ ਗੁਰੂ ਕਰਤਾਰ ਨੇ ਸੱਚਖੰਡ ਦੇ ਸਚਾਵੇਂ ਦਰਸ ਝਲਕੇ ਕਰਾਏ ਹਨ ਅਤੇ ਕਰਾ ਕੇ ਜਰਾਏ ਹਨ, ਉਹ ਵਰਣਨ ਉਸ ਦਾ ਕਰ ਨਹੀਂ ਸਕਦੇ। ਪੇਖ ਪੇਖ ਹੈਰਾਨ ਬਿਸਮਾਦ ਹੀ ਹੋਏ ਰਹਿੰਦੇ ਹਨ। ਇਸ ਪ੍ਰਕਾਰ ਵਾਹਿਗੁਰੂ ਦਰਸ਼ਨਾਂ ਦੀ ਵੀ ਬਿਸਮਾਦ ਕਥਾ ਹੈ ਜੋ ਅਕਥ ਹੈ ਅਤੇ ਵਰਣੀ ਨਹੀਂ ਜਾ ਸਕਦੀ। ਵਾਹਿਗੁਰੂ ਦਰਸ਼ਨ ਅਤੇ ਸੱਚਖੰਡ ਦਰਸ਼ਨ ਅਭੇਦ ਹਨ। ਉਹ ਫੋਕੀਆਂ ਕਿਆਸ ਅਰਾਈਆਂ ਕਰਦੇ ਹਨ ਜਿਨ੍ਹਾਂ ਨੇ ਵਾਹਿਗੁਰੂ ਦਰਸ਼ਨ ਅਤੇ ਸੱਚਖੰਡ ਦਰਸ਼ਨ ਦੇ ਨਕਸ਼ੇ ਖਿੱਚ ਖਿੱਚ ਕੇ ਚਿੱਤਰਕਾਰੀਆਂ ਕਰਕੇ ਕਾਗਜ਼ ਕਾਲੇ ਕੀਤੇ ਹਨ। ਸਤਿਗੁਰੂ ਤਿਨਾਂ ਨੂੰ ਸਮੱਤ ਬਖਸ਼ੇ, ਨਹੀਂ ਤਾਂ ਉਹਨਾਂ ਲਈ ਬੜਾ ਘਾਟੇ ਦਾ ਸੌਦਾ ਹੈ। ਅਗੰਮੀ ਮੰਡਲਾਂ ਦੇ ਨਕਸ਼ੇ ਬੰਨ੍ਹਣ ਲਈ 81 ਘੋੜੇ ਦੌੜਾਉਣੇ ਦਿਮਾਗੀ ਉਡਾਰੀਆਂ ਹੀ ਹਨ, ਹੋਰ ਕੁਛ ਨਹੀਂ, ਨਾ ਹੀ ਇਸ ਤੋਂ ਕੁਛ ਹਾਸਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।